शुरू तो ये कहूँगी वैस्कुलर डिजीज़ कई लोगों को नहीं पता, उसके बारे जानकारी दो। डायबिटिक फुट ਸ਼ੂਗਰ ਵਾਲੇ ਪੇਸ਼ੈਂਟਸ ਵੀ ਖੂਨ ਦੀਆਂ ਨਸਾਂ ਬੰਦ ਹੋ ਜਾਂਦੀਆਂ, ਉਹਨਾਂ ਦੇ ਪੈਰਾਂ ਤੇ ਜ਼ਖਮ ਨਹੀਂ ਭਰਦੇ ਐਂਡ ਵੈਰੀਕੋਜ਼ ਵੇਨਸ ਹੁੰਦੀਆਂ। ਵੈਰੀਕੋਜ਼ ਵੇਨ ਜੋ ਨਾੜਾਂ ਵੇਨਸ ਵਾਪਸ ਖੂਨ ਲੈ ਕੇ ਜਾਂਦੀਆਂ, ਉਹ ਫੁੱਲ ਜਾਂਦੀਆਂ ਨੇ। ਆਮ ਤੌਰ ਤੇ ਅਸੀਂ ਦੇਖਦੇ ਹਾਂ ਲੋਕ ਕਹਿੰਦੇ ਸਾਨੂੰ ਵੈਰੀਕੋਜ਼ ਵੇਨਸ ਹੈ, ਬਹੁਤ ਸਾਲਾਂ ਤੋਂ ਹੈ, ਬਟ ਸਾਨੂੰ ਕੋਈ ਤਕਲੀਫ ਨਹੀਂ ਹੈ। ਤਕਲੀਫ ਹੈ ਅੰਦਰ ਹੀ ਅੰਦਰ, ਉਹ ਡੈਮੇਜ ਕਰ ਰਹੀ ਹੈ। ਐਂਜੀਓਪਲਾਸਟੀ ਕਰਕੇ ਜਾਂ ਬਾਈਪਾਸ ਕਰਕੇ ਜਿਸ ਤਰ੍ਹਾਂ ਦੇ ਵੀ ਟ੍ਰੀਟਮੈਂਟ ਦੀ ਲੋੜ ਹੈ ਪੇਸ਼ੈਂਟ ਨੂੰ, ਅਸੀਂ ਉਹਨਾਂ ਦੀਆਂ ਨਸਾਂ ਖੋਲ੍ਹਦੇ ਹਾਂ ਤੇ ਉਹਨਾਂ ਦੀਆਂ ਲੱਤਾਂ ਵੱਢਣ ਤੋਂ ਬਚਾਉਂਦੇ ਹਾਂ। ਹੁਣ ਅਸੀਂ ਵੀ ਦੇਖਿਆ ਕੋਵਿਡ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਕਾਮਨ ਹੋ ਗਈਆਂ ਵੈਸਕੂਲਰ ਡਿਜ਼ੀਜ਼ਸ। ਤੁਸੀਂ ਵੀ ਦੇਖਿਆ ਹੋਣਾ ਹੈ ਕਿ ਕੋਵਿਡ ਹੋਇਆ, ਪੇਸ਼ੈਂਟ ਕਹਿੰਦਾ ਮਹੀਨਾ ਇਲਾਜ ਕਰਕੇ ਹਸਪੀਟਲ ਰਹੇ, ਹੀ ਵਾਜ਼ ਐਬਸੋਲੂਟਲੀ ਫਾਈਨ, ਘਰ ਆਉਂਦੇ ਹੈ, ਆਲ ਆਫ ਅ ਸਡਨ 15-20 ਦਿਨ ਬਾਅਦ ਉਹਨਾਂ ਨੂੰ ਅਟੈਕ ਆ ਗਿਆ ਜਾਂ ਉਹਨਾਂ ਦੀ ਖੂਨ ਦੀਆਂ ਨਾੜਾਂ 'ਚ ਬਲੋਕੇਜ ਆ ਗਈ। ਲੁਧਿਆਣਾ ਟਾਈਮਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਹਰਸ਼ ਕੌਰ। ਵੈਸਕੂਲਰ ਡਿਜ਼ੀਜ਼ਸ ਕੀ ਹੁੰਦੀ ਹੈ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਬਹੁਤ ਜ਼ਰੂਰੀ ਗੱਲ ਹੈ। ਤਾਂ ਸਾਡੇ ਨਾਲ ਮੌਜੂਦ ਨੇ ਐਂਡੋਵੈਸਕੂਲਰ ਤੇ ਵੈਸਕੂਲਰ ਦੇ ਸਰਜਨ ਸੀਨੀਅਰ ਡਾਕਟਰ ਸਾਡੇ ਨਾਲ ਮੌਜੂਦ ਨੇ, ਲਵ ਲੂਥਰਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਸ਼ੁਰੂ ਤੋਂ ਇਹ ਕਹੂੰਗੀ ਵੈਸਕੂਲਰ ਡਿਜ਼ੀਜ਼ ਕਈ ਲੋਕਾਂ ਨੂੰ ਨਹੀਂ ਪਤਾ, ਉਸ ਦੇ ਬਾਰੇ ਜਾਣਕਾਰੀ ਦਿਓ। ਦੇਖੋ ਵੈਸਕੂਲਰ ਡਿਜ਼ੀਜ਼ਸ ਬਹੁਤ ਕਾਮਨ ਬਿਮਾਰੀ ਹੈ। ਜਿਵੇਂ ਹੁਣੇ ਆਪਾਂ ਡਿਸਕਸ ਕਰ ਰਹੇ ਸੀਗੇ ਕਿ ਲੋਕ ਕਹਿੰਦੇ ਕਿ ਪਹਿਲਾਂ ਇਹ ਬਿਮਾਰੀਆਂ ਹੁੰਦੀਆਂ ਨਹੀਂ ਸੀਗੀਆਂ। ਹਰ ਬਿਮਾਰੀ ਦੀ ਤਰ੍ਹਾਂ ਇਹ ਵੀ ਬਿਮਾਰੀ ਹਮੇਸ਼ਾ ਹੁੰਦੀ ਹੈ, ਲੇਕਿਨ ਪ੍ਰੋਬਲਮ ਇਹ ਸੀਗੀ ਕਿ ਇਹ ਸਹੀ ਟਾਈਮ ਤੇ ਡਾਇਗਨੋਜ਼ ਨਹੀਂ ਹੁੰਦੀ ਹੈ। ਵੈਸਕੂਲਰ ਡਿਜ਼ੀਜ਼ਸ 'ਚ ਆਰਟਰੀਜ਼ ਤੇ ਵੇਨਸ ਦੋਨਾਂ ਦੀ ਹੁੰਦੀਆਂ ਨੇ। ਆਰਟਰੀਜ਼ ਜਿਹਨੂੰ ਅਸੀਂ ਪੈਰੀਫਰਲ ਵੈਸਕੂਲਰ ਡਿਜ਼ੀਜ਼ ਕਹਿੰਦੇ ਹਾਂ। ਡਾਇਬਿਟਿਕ ਫੁੱਟ ਸ਼ੂਗਰ ਵਾਲੇ ਪੇਸ਼ੈਂਟਸ ਵੀ ਖੂਨ ਦੀਆਂ ਨਸਾਂ ਬੰਦ ਹੋ ਜਾਂਦੀਆਂ, ਉਹਨਾਂ ਦੇ ਪੈਰਾਂ ਤੇ ਜ਼ਖਮ ਨਹੀਂ ਭਰਦੇ ਐਂਡ ਵੈਰੀਕੋਜ਼ ਵੇਨਸ ਹੁੰਦੀਆਂ। ਵੈਰੀਕੋਜ਼ ਵੇਨ ਜੋ ਨਾੜਾਂ ਵੇਨਸ ਵਾਪਸ ਖੂਨ ਲੈ ਕੇ ਜਾਂਦੀਆਂ, ਉਹ ਫੁੱਲ ਜਾਂਦੀਆਂ ਨੇ ਤੇ ਲੰਬੇ ਸਮੇਂ ਤੱਕ ਜੋ ਖੜੇ ਹੋ ਕੇ ਕੰਮ ਕਰਦੇ ਆ, ਉਹਨਾਂ ਦੀਆਂ ਲੱਤਾਂ ਤੇ ਸੋਜਾ ਆ ਜਾਂਦਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਲੋਕ ਕਹਿੰਦੇ ਸਾਨੂੰ ਵੈਰੀਕੋਜ਼ ਵੇਨਸ ਹੈ, ਬਹੁਤ ਸਾਲਾਂ ਤੋਂ ਹੈ, ਬਟ ਸਾਨੂੰ ਕੋਈ ਤਕਲੀਫ ਨਹੀਂ ਹੈ। ਤਕਲੀਫ ਹੈ ਅੰਦਰ ਹੀ ਅੰਦਰ, ਉਹ ਡੈਮੇਜ ਕਰ ਰਹੀ ਹੈ। ਜੇ ਤੁਸੀਂ ਉਹਨੂੰ ਸਹੀ ਟਾਈਮ ਤੇ ਨਹੀਂ ਡਾਇਗਨੋਸ ਕਰੋਗੇ, ਆਪਣੇ ਵੈਸਕੂਲਰ ਸਰਜਨ ਕੋਲ ਨਹੀਂ ਜਾਓਗੇ, ਤਾਂ ਉਹ ਨਾੜਾਂ ਅੰਦਰ ਹੀ ਅੰਦਰ ਫੁੱਲ ਕੇ ਉਹਨਾਂ 'ਚ ਕਲੌਟ ਬਣ ਜਾਂਦਾ ਹੈ। ਕਲੌਟ ਤੁਹਾਡੇ ਲੰਗਸ ਦੇ ਅੰਦਰ ਜਾ ਸਕਦਾ ਹੈ, ਜਿਹਨੂੰ ਅਸੀਂ ਐਂਬੋਲਿਜ਼ਮ ਕਹਿੰਦੇ ਹਾਂ। ਇਹਨਾਂ 'ਚ ਡੀਵੀਟੀ ਹੋ ਸਕਦੀ ਹੈ। ਤਾਂ ਵੈਸਕੂਲਰ ਡਿਜ਼ੀਜ਼ਸ ਬਹੁਤ ਕਾਮਨ ਹੈ। ਇਸੇ ਲਈ ਅਸੀਂ ਨੈਸ਼ਨਲ ਵੈਸਕੂਲਰ ਡੇ ਜੋ 6 ਅਗਸਤ ਨੂੰ ਮਨਾਇਆ ਜਾਂਦਾ ਹੈ ਪੂਰੇ ਇੰਡੀਆ 'ਚ, ਅਸੀਂ ਹੁਣ ਇੱਕ ਐਂਪੂਟੇਸ਼ਨ ਫ੍ਰੀ ਇੰਡੀਆ ਪ੍ਰੋਗਰਾਮ ਲਾਂਚ ਕੀਤਾ ਹੈ ਪੂਰੇ ਇੰਡੀਆ 'ਚ। ਕੱਲ੍ਹ ਅਸੀਂ 24 ਸਿਟੀਜ਼ ਆਫ ਦਾ ਕੰਟਰੀ ਅਸੀਂ ਉੱਥੇ ਇੱਕ ਵਾਕਾਥਨ ਕਰ ਰਹੇ ਸੋ ਦੈਟ ਅਸੀਂ ਲੋਕਾਂ 'ਚ ਅਵੇਅਰਨੈਸ ਕਰੀਏ ਕਿ ਵੈਸਕੂਲਰ ਡਿਜ਼ੀਜ਼ਸ ਬਹੁਤ ਕਾਮਨ ਨੇ, ਆਮ ਤੌਰ ਤੇ ਦੇਖੀਆਂ ਜਾਣ ਵਾਲੀਆਂ ਬਿਮਾਰੀਆਂ ਨੇ, ਤੇ ਜੇ ਤੁਸੀਂ ਇਹਨੂੰ ਸਹੀ ਟਾਈਮ ਤੇ ਇਲਾਜ ਨਹੀਂ ਕਰੋਗੇ ਤਾਂ ਇਵੈਂਚੁਅਲੀ ਉਹ ਪੇਸ਼ੈਂਟ ਦਾ ਜੋ ਹੁੰਦਾ ਹੈ ਲੱਤ ਵੱਡੀ ਹੀ ਜਾਂਦੀ ਹੈ। ਆਪਣੇ ਆਲੇ ਦੁਆਲੇ ਪਬਲਿਕ ਵੀ ਹੁਣ ਜੋ ਵੀ ਹੈ ਤੁਹਾਡੇ ਚੈਨਲ ਦੇ ਥਰੂ ਬਹੁਤ ਸੇ ਪੇਸ਼ੈਂਟਸ ਜੋ ਤੁਹਾਡੇ ਚੈਨਲ ਦੇਖਣਗੇ, ਉਹਨਾਂ ਨੂੰ ਪਤਾ ਹੈ ਉਹਨਾਂ ਦੇ ਆਲੇ ਦੁਆਲੇ ਘਰਾਂ 'ਚ ਰਿਸ਼ਤੇਦਾਰੀ 'ਚ ਇੱਕ ਨਾ ਇੱਕ ਪੇਸ਼ੈਂਟ ਇਹੋ ਜਿਹਾ ਹੋਏਗਾ ਜਿਹਦੀ ਲੱਤ ਵੱਢੀ ਗਈ। ਉਹਨੂੰ ਸ਼ੂਗਰ ਸੀ, ਇਨਫੈਕਸ਼ਨ ਹੋ ਗਈ, ਜ਼ਖਮ ਹੋ ਗਿਆ, ਹਸਪਤਾਲ ਲੈ ਗਏ, ਉਹਨਾਂ ਨੇ ਕਿਹਾ ਜੀ ਲੇਟ ਹੋ ਗਏ, ਲੱਤ ਵੱਢਣੀ ਪਏਗੀ। ਕਾਰਨ ਉਹਦਾ ਇਹ ਹੈ ਕਿ ਉਹਨਾਂ ਦੀ ਖੂਨ ਦੀਆਂ ਨਸਾਂ ਬੰਦ ਹੈ। ਤੇ ਸਾਡਾ ਮੇਨ ਏਮ ਇਹੀ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਕਿ ਕੋਈ ਵੀ ਪ੍ਰੋਬਲਮ ਜੋ ਖੂਨ ਦੀਆਂ ਨਸਾਂ ਬੰਦ ਹੋਣ ਕਰਕੇ ਹੁੰਦੀ ਹੈ, ਜਿਵੇਂ ਹਾਰਟ ਦੀ ਹੁੰਦੀ ਹੈ, ਹਾਰਟ ਅਟੈਕ ਹੁੰਦਾ ਹੈ, ਉਵੇਂ ਹੀ ਅਸੀਂ ਪੈਰੀਫਰਲ ਵੈਸਕੂਲਰ ਸਰਜਰੀ ਕਰਕੇ, ਐਂਜੀਓਪਲਾਸਟੀ ਕਰਕੇ ਜਾਂ ਬਾਈਪਾਸ ਕਰਕੇ ਜਿਸ ਤਰ੍ਹਾਂ ਦੇ ਵੀ ਟ੍ਰੀਟਮੈਂਟ ਦੀ ਲੋੜ ਹੈ ਪੇਸ਼ੈਂਟ ਨੂੰ, ਅਸੀਂ ਉਹਨਾਂ ਦੀਆਂ ਨਸਾਂ ਖੋਲ੍ਹਦੇ ਹਾਂ ਤੇ ਉਹਨਾਂ ਦੀਆਂ ਲੱਤਾਂ ਵੱਢਣ ਤੋਂ ਬਚਾਉਂਦੇ ਹਾਂ। ਮਤਲਬ ਉਹ ਸਟੇਜ ਤੇ ਪਹੁੰਚਣ ਹੀ ਨਹੀਂ ਦਿੰਦੇ ਆਪਾਂ ਪੇਸ਼ੈਂਟਸ ਨੂੰ। ਬਿਲਕੁਲ ਜੀ। ਇਸੇ ਲਈ ਮੈਂ ਤੁਹਾਡੇ ਚੈਨਲ ਦੇ ਥਰੂ ਇਹੀ ਦੋ ਗੱਲਾਂ ਆਪਣੇ ਪਬਲਿਕ ਨਾਲ ਸ਼ੇਅਰ ਕਰੂੰਗਾ ਔਨ ਦ ਈਵ ਆਫ ਨੈਸ਼ਨਲ ਵੈਸਕੂਲਰ ਡੇ ਕਿ ਜੋ ਵੀ ਡਾਇਬਿਟਿਕ ਪੇਸ਼ੈਂਟਸ ਹੈ, ਤੁਸੀਂ ਆਪਣੇ ਪੈਰਾਂ ਦਾ ਖਿਆਲ ਰੱਖੋ। ਆਪਣੇ ਪੈਰਾਂ ਨੂੰ ਕੋਈ ਵੀ ਤੁਹਾਡੇ ਪੈਰ ਸੁੰਨ ਰਹਿੰਦੇ ਹੈ ਸ਼ੂਗਰ ਦੇ ਕਾਰਨ, ਇਸ ਲਈ ਜਦੋਂ ਤੁਸੀਂ ਤੁਰਦੇ ਹੋ ਕਈ ਵਾਰ ਕੋਈ ਸੱਟ ਲੱਗ ਜਾਂਦੀ ਹੈ, ਪੇਸ਼ੈਂਟ ਨੂੰ ਪਤਾ ਹੀ ਨਹੀਂ ਲੱਗਦਾ ਅੰਟਿਲ ਅਨਲੈਸ ਉਹ ਜ਼ਖਮ ਇੰਨਾ ਜ਼ਿਆਦਾ ਹੋ ਜਾਂਦਾ, ਫਿਰ ਉਹ ਹਸਪਤਾਲ ਆਉਂਦੇ ਹੈ। ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਬਚਾਵ ਹੀ ਸਭ ਤੋਂ ਵੱਡਾ ਟ੍ਰੀਟਮੈਂਟ ਹੁੰਦਾ ਹੈ। ਤੁਸੀਂ ਆਪਣੇ ਪੈਰਾਂ ਦਾ ਖਿਆਲ ਰੱਖੋ। ਮੈਂ ਆਪਣੇ ਸ਼ੂਗਰ ਵਾਲੇ ਮਰੀਜ਼ਾਂ ਨੂੰ ਇਹੀ ਕਹਿਣਾ ਹੈ ਕਿ ਦੇਖੋ, ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖੋ ਨਾ ਦੇਖੋ, ਰੋਜ਼ ਸਵੇਰੇ ਸ਼ਾਮ ਆਪਣੇ ਪੈਰ ਦੇਖੋ, ਨਾਰੀਅਲ ਦਾ ਤੇਲ ਲਾ ਕੇ ਰੱਖੋ। ਜਦੋਂ ਵੀ ਕੋਈ ਜ਼ਖਮ ਹੁੰਦਾ ਤੁਸੀਂ ਸਾਨੂੰ ਆ ਕੇ ਮਿਲੋ, ਅਸੀਂ ਉਸੇ ਸਟੇਜ ਤੇ ਉਹਨੂੰ ਰੋਕ ਸਕਦੇ ਹਾਂ। ਜੇ ਕਿਸੇ ਨੂੰ ਵੈਰੀਕੋਜ਼ ਵੇਨਸ ਹੈ, ਇਨੀਸ਼ੀਅਲੀ ਇਹ ਨਾੜਾਂ ਫੁੱਲੀਆਂ ਹੋਈਆਂ ਲੱਗ ਰਹੀਆਂ, ਤੁਸੀਂ ਆ ਕੇ ਵੈਸਕੂਲਰ ਸਰਜਨ ਨੂੰ ਮਿਲੋ, ਅਸੀਂ ਉਸੇ ਟਾਈਮ ਉਹ ਸਟੋਕਿੰਗਸ ਦੇ ਕੇ, ਦਵਾਈਆਂ ਦੇ ਕੇ ਉਹਨੂੰ ਰੋਕ ਸਕਦੇ ਹਾਂ। ਜ਼ਰੂਰੀ ਨਹੀਂ ਹੈ ਹਰ ਪੇਸ਼ੈਂਟ ਨੂੰ ਸਰਜਰੀ ਦੀ ਲੋੜ ਹੁੰਦੀ ਹੈ। ਜੇ ਪੇਸ਼ੈਂਟ ਆਪਣੀ ਪ੍ਰੋਬਲਮ ਨੂੰ ਸਹੀ ਟਾਈਮ ਤੇ ਦੇਖੇਗਾ ਤੇ ਆਏਗਾ ਤਾਂ ਉਹ ਉਸੇ ਟਾਈਮ ਤੇ ਰੋਕੀ ਜਾ ਸਕਦੀ ਹੈ। ਤੇ ਕਾਫੀ ਪੇਸ਼ੈਂਟ ਮੇਰੇ ਦਵਾਈਆਂ ਨਾਲ ਵੀ ਠੀਕ ਹੁੰਦੇ ਹੈ। ਹਾਂ, ਡੈਫੀਨੇਟਲੀ ਜਿਹੜੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਕੰਪਲਿਕੇਸ਼ਨਸ ਆ ਜਾਂਦੀਆਂ, ਜਿਵੇਂ ਜ਼ਖਮ ਨਹੀਂ ਭਰ ਰਿਹਾ ਮਹੀਨਿਆਂ ਤੋਂ, ਚੱਲਣ 'ਚ ਤਕਲੀਫ ਹੈ, ਉਹ ਪਹਿਲਾਂ 100 ਮੀਟਰ ਤੁਰਦੇ ਸੀ, ਹੁਣ 15 ਮੀਟਰ ਤੁਰਨ ਤੇ ਉਹਨਾਂ ਦੀਆਂ ਪਿੰਜੜੀਆਂ 'ਚ ਦਰਦ ਹੋਣ ਲੱਗ ਜਾਂਦਾ ਹੈ, ਤਾਂ ਇਹਦਾ ਮਤਲਬ ਤੁਹਾਡੀਆਂ ਖੂਨ ਦੀਆਂ ਨਸਾਂ ਬੰਦ ਹੈ, ਉਹਨਾਂ ਨੂੰ ਖੋਲ੍ਹਣਾ ਪਏਗਾ ਸਾਨੂੰ। ਇਹ ਸਿੰਪਟਮਸ ਹੈ। ਜਿਵੇਂ ਜਿਨ੍ਹਾਂ ਨੂੰ ਗੈਂਗਰੀਨ ਹੁੰਦਾ ਹੈ ਜਾਂ ਗੈਂਗਰੀਨ ਹੋਣ ਤੋਂ ਪਹਿਲਾਂ ਇੱਕ ਸਟੇਜ ਆਉਂਦੀ ਹੈ, ਪੇਸ਼ੈਂਟ ਕਹੇਗਾ ਜੀ ਮੈਂ ਪਹਿਲਾਂ ਅੱਧਾ ਕਿਲੋਮੀਟਰ ਤੁਰ ਲੈਂਦਾ ਸੀ ਬਿਨਾਂ ਰੁਕੇ, ਹੁਣ ਪਿਛਲੇ 2 ਮਹੀਨਿਆਂ ਤੋਂ ਮੈਂ 50 ਮੀਟਰ ਵੀ ਤੁਰਦਾ ਹਾਂ ਤਾਂ ਮੈਨੂੰ ਰੁਕਣਾ ਪੈਂਦਾ ਹੈ। 50 ਮੀਟਰ ਤੁਰਨ ਤੋਂ ਬਾਅਦ ਇੰਨਾ ਦਰਦ ਹੁੰਦਾ ਲੱਤਾਂ 'ਚ ਕਿ ਮੈਂ ਰੁਕਦਾ ਹਾਂ, ਬੈਠਦਾ ਹਾਂ, ਫਿਰ ਤੁਰਦਾ ਹਾਂ। ਇਹਦਾ ਮਤਲਬ ਤੁਹਾਡੀਆਂ ਨਾੜਾਂ ਬਲੌਕ ਨੇ। ਇਹ ਸਾਰੀ ਪ੍ਰੋਬਲਮ ਇਹਨੂੰ ਅਸੀਂ ਆਰਟੀਰੀਅਲ ਡਿਜ਼ੀਜ਼ ਕਹਿੰਦੇ ਹਾਂ ਤੇ ਇਹਨੂੰ ਅਸੀਂ
ਉਸ ਟਾਈਮ ਤੇ ਜੇ ਸਾਡੇ ਕੋਲ ਪੇਸ਼ੈਂਟ ਆ ਜਾਏ ਤਾਂ ਅਸੀਂ ਦਵਾਈਆਂ ਨਾਲ ਉਹਨੂੰ ਠੀਕ ਕਰ ਸਕਦੇ ਹਾਂ, ਉਹਨੂੰ ਕਹਿ ਸਕਦੇ ਹਾਂ ਕਿ ਖਿਆਲ ਰੱਖੋ ਜ਼ਖਮ ਨਾ ਹੋਣ ਦਿਓ, ਜ਼ਖਮ ਹੋ ਗਿਆ ਤਾਂ ਸਾਨੂੰ ਐਂਜੀਓਪਲਾਸਟੀ ਜਾਂ ਬਾਈਪਾਸ ਕਰਨਾ ਪੈ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਈ ਲੋਕ ਇਸ ਚੀਜ਼ ਨੂੰ ਲਾਈਟਲੀ ਵੀ ਲੈ ਲੈਂਦੇ ਆ, ਅਗਰ ਥੋੜਾ ਜਿਹਾ ਚੱਲ ਰਿਹਾ, ਅਗਰ ਥੱਕ ਜਾਂਦੇ ਤਾਂ ਇਹ ਕਹਿੰਦੇ ਸਾਨੂੰ ਵੀਕਨੈਸ ਹੈ, ਉਸ ਚੀਜ਼ ਤੇ ਨਹੀਂ ਜਾਂਦੇ। ਐਗਜ਼ੈਕਟਲੀ, ਵੈਰੀਕੋਜ਼ ਵੇਨਸ ਵੀ ਇਹ ਹੁੰਦਾ ਹੈ ਕਿ ਪੇਸ਼ੈਂਟ ਆਂਦਾ ਹੈ, ਘਰ ਆਂਦਾ ਹੈ ਸ਼ਾਮ ਨੂੰ, ਸਾਰਾ ਦਿਨ ਕੰਮ ਕਰਕੇ ਆਪਣਾ ਆਫਿਸ ਵਰਕ ਜਾਂ ਜਿੱਥੋਂ ਆਂਦੇ ਹੈ, ਸ਼ਾਮ ਨੂੰ ਆ ਕੇ ਉਹਨਾਂ ਦੀਆਂ ਲੱਤਾਂ ਫੁੱਲ ਜਾਂਦੀਆਂ, ਥੱਕ ਜਾਂਦੀਆਂ ਨੇ। ਉਵੇਂ ਹੀ ਆਹ ਪੇਸ਼ੈਂਟ ਜਿਨ੍ਹਾਂ ਦੀਆਂ ਆਰਟਰੀਜ਼ ਬਲੌਕ ਹੁੰਦੀਆਂ ਨੇ, ਉਹ 100 ਮੀਟਰ ਤੁਰਦੇ, ਉਹ ਸਭ ਨੂੰ ਇਹ ਲੱਗਦਾ ਮੈਂਟਲੀ ਕਿ ਜਾਂ ਮੈਨੂੰ ਕ੍ਰੈਂਪ ਆ ਗਿਆ ਜਾਂ ਮੈਂ ਥੱਕਿਆ ਹੋਇਆ ਹੈ, ਉਹਦੇ ਕਰਕੇ ਇਸ ਕਰਕੇ ਬਿਮਾਰੀ ਫਿਰ ਡਾਇਗਨੋਜ਼ ਨਹੀਂ ਹੁੰਦੀ। ਉਹ ਕੋਈ ਪੇਨ ਕਿਲਰ ਲੈ ਲੈਂਦੇ, ਉਹਨਾਂ ਨੂੰ ਲੱਗਦਾ ਹੈ ਕਿ ਪੇਨ ਕਿਲਰ ਨਾਲ ਡੈਫੀਨੇਟਲੀ ਪੇਨ ਕਿਲਰ ਨਾਲ ਇਮੀਡੀਏਟ ਰਿਲੀਫ ਆ ਜਾਏਗਾ, ਬਟ ਇਹ ਪ੍ਰੋਬਲਮ ਉਹਨਾਂ ਦੀ ਕੰਟੀਨਿਊ ਹੁੰਦੀ ਰਹਿੰਦੀ ਹੈ ਨਾ। ਐਂਡ ਇਸੇ ਕਰਕੇ ਤੁਸੀਂ ਉਸੇ ਟਾਈਮ ਜਦੋਂ ਤੁਹਾਨੂੰ ਇਹ ਪ੍ਰੋਬਲਮ ਹੋ ਰਹੀ ਹੈ, ਤੁਸੀਂ ਆ ਕੇ ਆਪਣੇ ਵੈਸਕੂਲਰ ਸਰਜਨ ਨੂੰ ਮਿਲੋ ਐਂਡ ਅਸੀਂ ਦਵਾਈਆਂ ਨਾਲ ਇਹ ਸਭ ਚੀਜ਼ਾਂ ਠੀਕ ਕਰ ਸਕਦੇ ਹਾਂ। ਉਸ ਚੀਜ਼ ਨੂੰ ਇਗਨੋਰ ਨਾ ਕਰਨ ਕਿ ਲੱਤਾਂ ਦਰਦ ਹੋ ਰਹੀਆਂ ਬਈ ਪੇਨ ਕਿਲਰ ਲੈ ਲਈਏ, ਵੈਸੇ ਜ਼ਰੂਰੀ ਹੈ ਜਾਣਾ। ਬਿਲਕੁਲ ਜੀ। ਐਂਡ ਇਹਦੇ 'ਚ ਇੱਕ ਹੋਰ ਚੀਜ਼ ਹੈ, ਜਿਹੜੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਕਿਡਨੀ ਪ੍ਰੋਬਲਮਸ ਹੁੰਦੀਆਂ, ਜੋ ਲਾਈਫ ਲੌਂਗ ਡਾਇਲਿਸਿਸ ਤੇ ਨੇ ਪੇਸ਼ੈਂਟਸ, ਉਹਨਾਂ ਲਈ ਵੀ ਅਸੀਂ ਫਿਸਟਲਾ ਬਣਾਉਂਦੇ ਹਾਂ, ਡਾਇਲਿਸਿਸ ਲਾਈਨ ਪਾਉਂਦੇ ਹਾਂ, ਪਰਮ ਕੈਥ ਪਾਉਂਦੇ ਹਾਂ। ਮੇਰੇ ਕੋਲ ਹੁਣ ਬਹੁਤ ਪੇਸ਼ੈਂਟਸ ਆਉਂਦੇ ਹੈ, ਠੀਕ ਹੈ, ਕਿ ਉਹਨਾਂ ਨੂੰ ਫਿਸਟਲਾ ਬਣਾਉਣਾ ਕਿਸੇ ਨੇ ਬਣਾਇਆ। ਐਕਚੁਅਲੀ ਹਾਲੇ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਵੈਸਕੂਲਰ ਸਰਜਨ ਨਹੀਂ ਸੀਗਾ, ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨਾਂ ਦਾ ਫਿਸਟਲਾ ਬਣਾ ਦਿੰਦਾ ਹੈ। ਫਾਈਨੈਂਸ਼ੀਅਲੀ ਉਹ ਵਿਚਾਰੇ ਇੰਨੇ ਐਗਜ਼ੌਸਟਿਡ ਹੁੰਦੇ ਹੈ। ਤਾਂ ਮੈਂ ਤੁਹਾਡੇ ਚੈਨਲ ਦੇ ਰਾਹੀਂ ਜਿੰਨੇ ਵੀ ਪੇਸ਼ੈਂਟਸ ਨੂੰ ਡਾਇਲਿਸਿਸ ਹੁੰਦੀ ਹੈ, ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਆਪਣੇ ਸਰਜਨ को लाओ जो एक्सपर्ट है, बिकॉज ਫਿਸਟਲਾ ਇੱਕ ਲੌਤੀ ਇਹੋ ਜਿਹੀ ਚੀਜ਼ ਹੈ ਜੋ ਚੱਲਣ ਨੂੰ ਸਾਲ 2 ਸਾਲ ਤੱਕ ਚੱਲ ਸਕਦਾ ਹੈ, ਤੇ ਅਸੀਂ ਪ੍ਰੋਪਰ ਤਰੀਕੇ ਨਾਲ ਨਾੜਾਂ ਦਾ ਸਕੈਨ ਕਰਕੇ ਵੇਨਸ ਦੇਖ ਕੇ ਜੇ ਫਿਸਟਲਾ ਬਣੇਗਾ ਤਾਂ ਅਸੀਂ ਉਹਨਾਂ ਨੂੰ ਬਣਾਉਂਦੇ ਹਾਂ। ਨਹੀਂ ਤਾਂ ਸਾਡੇ ਕੋਲ ਹੋਰ ਆਪਸ਼ਨਸ ਹੈ, ਪਰਮਾਨੈਂਟ ਕੈਥੇਟਰ ਹੁੰਦਾ ਹੈ, ਡਾਇਲਿਸਿਸ ਲਾਈਨਸ ਹੁੰਦੀਆਂ, ਗ੍ਰਾਫਟਸ ਹੁੰਦੇ ਹੈ। ਤਾਂ ਅਨਫੋਰਚੂਨੇਟਲੀ ਉਹੀ ਹੈ ਕਿ ਲੈਕ ਆਫ ਅਵੇਅਰਨੈਸ ਹੋਣ ਦੇ ਕਾਰਨ ਵਿੱਚ ਪੇਸ਼ੈਂਟਸ ਜੋ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ। ਕਾਰਨ ਕੀ ਹੈ, ਕਿਸ ਤਰ੍ਹਾਂ ਦੀ ਪ੍ਰੋਬਲਮ ਜਿਵੇਂ ਗੱਲ ਕੀਤੀ ਜਾਵੇ, ਜੋ ਤੁਸੀਂ ਕਿਹਾ ਕਿ ਵੇਨਸ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ, ਪਰ ਕਈਆਂ ਨੂੰ ਸ਼ੂਗਰ ਵੀ ਨਹੀਂ ਹੈਗੀ, ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਫਿਰ ਉਹਦਾ ਕੀ ਕਾਰਨ ਹੈ? ਦੇਖੋ, ਅੱਜ ਕੱਲ੍ਹ ਵੈਸਕੂਲਰ ਡਿਜ਼ੀਜ਼ਸ ਸਪੈਸ਼ਲੀ ਜਦ ਦਾ ਕੋਵਿਡ ਆਇਆ 2020-21, ਹੁਣ ਅਸੀਂ ਵੀ ਦੇਖਿਆ ਕੋਵਿਡ ਦੇ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਕਾਮਨ ਹੋ ਗਈਆਂ ਵੈਸਕੂਲਰ ਡਿਜ਼ੀਜ਼ਸ। ਤੁਸੀਂ ਵੀ ਦੇਖਿਆ ਹੋਣਾ ਹੈ ਕਿ ਕੋਵਿਡ ਹੋਇਆ, ਪੇਸ਼ੈਂਟ ਕਹਿੰਦਾ ਮਹੀਨਾ ਇਲਾਜ ਕਰਕੇ ਹਸਪੀਟਲ ਰਹੇ, ਹੀ ਵਾਸ ਐਬਸੋਲੂਟਲੀ ਫਾਈਨ, ਘਰ ਆਉਂਦੇ ਹੈ, ਆਲ ਆਫ ਅ ਸਡਨ 15-20 ਦਿਨ ਬਾਅਦ ਉਹਨਾਂ ਨੂੰ ਅਟੈਕ ਆ ਗਿਆ ਜਾਂ ਉਹਨਾਂ ਦੇ ਖੂਨ ਦੀਆਂ ਨਾੜਾਂ 'ਚ ਬਲੋਕੇਜ ਆ ਗਈ। ਡਿਊਰਿੰਗ ਕੋਵਿਡ ਅਸੀਂ ਬਹੁਤ ਪੇਸ਼ੈਂਟਸ ਨੂੰ ਆਪਰੇਟ ਕੀਤਾ ਹੈ ਕਿਉਂਕਿ ਉਹਨਾਂ ਦੀ ਨਾੜਾਂ 'ਚ ਕਲੌਟ ਆ ਗਿਆ ਸੀਗਾ। ਹੁਣ ਕਾਰਨ ਇਹਨਾਂ ਦਾ ਹੀ ਹੈ, ਵੈਰੀਕੋਜ਼ ਵੇਨ ਦਾ ਸਭ ਤੋਂ ਇੰਪੋਰਟੈਂਟ ਕਾਰਨ ਜੇ ਆਪਾਂ ਦੇਖੀਏ, ਵੈਰੀਕੋਜ਼ ਵੇਨਸ ਸਕੂਲ ਦੇ ਟੀਚਰਸ ਹੋ ਗਏ, ਮੈਡੀਕਲ ਪ੍ਰੋਫੈਸ਼ਨਲਸ ਹੋ ਗਏ, ਡਾਕਟਰਸ ਹੋ ਗਏ, ਸਰਜਨਸ ਹੋ ਗਏ, ਜੋ ਲੰਬੇ ਸਮੇਂ ਤੱਕ ਖੜੇ ਰਹਿ ਕੇ ਕੰਮ ਕਰਦੇ ਹੈ, ਉਹਨਾਂ 'ਚ ਹੁੰਦੀਆਂ ਨੇ। ਬਿਕੋਜ਼ ਇਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀਆਂ ਨਾੜਾਂ ਨੇ ਖੂਨ ਵਾਪਸ ਲੈ ਕੇ ਜਾਣਾ, ਵਾਲਵ ਖਰਾਬ ਹੋ ਜਾਂਦੇ ਹੈ। ਤਾਂ ਜਦੋਂ ਪੇਸ਼ੈਂਟ, ਕੋਈ ਵੀ ਇਨਸਾਨ ਲੰਬੇ ਸਮੇਂ ਤੱਕ ਖੜਾ ਰਹਿੰਦਾ ਹੈ ਤਾਂ ਉਹਨਾਂ ਨੂੰ ਹੌਲੀ ਟਾਈਮ ਦੇ ਨਾਲ, ਫੀਮੇਲਸ ਦੇ ਅੰਦਰ ਇਹਦਾ ਇੱਕ ਕਾਰਨ ਇਹ ਹੁੰਦਾ, ਪ੍ਰੈਗਨੈਂਸੀ ਕਾਰਨ ਹੈ, ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ। ਤੇ ਤੀਸਰਾ ਇੰਪੋਰਟੈਂਟ ਕਾਰਨ ਹੁੰਦਾ ਫੈਮਿਲੀ ਹਿਸਟਰੀ। ਕਈਆਂ ਦੀ ਫੈਮਿਲੀ ਹਿਸਟਰੀ ਹੁੰਦੀ ਹੈ ਵੈਰੀਕੋਜ਼ ਵੇਨਸ ਦੀ। ਆਰਟੀਰੀਅਲ ਡਿਜ਼ੀਜ਼ਸ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਜਿਵੇਂ ਜਿਹੜੇ ਪੇਸ਼ੈਂਟਸ ਨੂੰ ਹਾਈਪਰਟੈਂਸ਼ਨ ਹੈ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ, ਡਾਇਬਟੀਜ਼ ਹੈ, ਜਾਂ ਕੁਝ ਲੋਕ ਜੋ ਸਿਗਰਟ ਤੇ ਬੀੜੀ, ਸਿਗਰਟ, ਤੰਬਾਕੂ ਦਾ ਸੇਵਨ ਕਰਦੇ ਆ, ਉਹਨਾਂ 'ਚ ਵੀ ਖੂਨ ਦੀਆਂ ਨਾੜਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਇਹੀ ਸਭ ਕਾਰਨ ਨੇ। ਤੇ ਜੇ ਡੈਫੀਨੇਟਲੀ ਇਹ ਸਭ ਕਾਰਨ ਨੂੰ ਰੋਕਣਾ ਪਏਗਾ। ਜੇ ਡਾਇਬਟੀਜ਼ ਹੈ, ਹਾਰਟ ਦੀ ਪ੍ਰੋਬਲਮ, ਹਾਈਪਰਟੈਂਸ਼ਨ ਹੈ, ਉਹਨਾਂ ਨੂੰ ਟ੍ਰੀਟ ਕਰਨਾ ਪਏਗਾ ਐਂਡ ਫਿਰ ਆਪਾਂ ਇਹਨਾਂ ਨੂੰ ਉਹ ਕਰ ਸਕਦੇ ਹਾਂ। ਬਚਾਅ ਕਿਵੇਂ ਕਰ ਸਕਦੇ? ਕੋਈ ਫਸਟ ਸਟੇਜ ਦੇ ਵਿੱਚ ਹੈ, ਨਾ ਉਹਨੂੰ ਡਾਇਬਟੀਜ਼ ਹੈ, ਨਾ ਕੁਝ ਹੋਰ, ਕਿਵੇਂ ਪ੍ਰੀਕਾਸ਼ਨ ਲੈ ਸਕਦੇ? ਡੈਫੀਨੇਟਲੀ ਫॉर ਵੈਰੀਕੋਜ਼ ਵੇਨਸ ਪ੍ਰੀਕਾਸ਼ਨਸ ਬਹੁਤ ਸਿੰਪਲ ਹੈ। ਤੁਸੀਂ ਸਾਈਕਲਿੰਗ ਕਰੋ, ਵਾਕਿੰਗ ਕਰੋ, ਲੰਬੇ ਸਮੇਂ ਤੱਕ ਜੇ ਖੜੇ ਰਹਿ ਕੇ ਕੰਮ ਕਰ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਵਿੱਚ ਥੋੜਾ ਜਿਹਾ ਟਾਈਮ ਕੱਢ ਕੇ ਆਪਣੀਆਂ ਲੈਗਸ ਨੂੰ ਰੇਜ਼ ਕਰ ਲੈਣਾ, ਆਪਣੇ ਕਾਫ ਐਕਸਰਸਾਈਜ਼ਸ ਕਰਨਾ, ਕਾਫ ਮਸਲਸ ਨੂੰ ਪੰਪ ਕਰਕੇ ਰੱਖਣਾ, ਠੀਕ ਹੈ। ਇਹ ਸਭ ਚੀਜ਼ਾਂ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਫਿਰ ਵੀ ਸਿੰਪਟਮਸ ਆ ਰਹੇ, ਤੁਸੀਂ ਸਾਡੇ ਕੋਲ ਸਾਨੂੰ ਆ ਕੇ ਮਿਲੋ। ਅਸੀਂ ਤੁਹਾਨੂੰ ਕੰਪਰੈਸ਼ਨ ਸਟਾਕਿੰਗਸ ਹੁੰਦੀਆਂ ਨੇ, ਮਾਰਕੀਟ 'ਚ ਹਰ ਤਰ੍ਹਾਂ ਦੀ ਕੰਪਰੈਸ਼ਨ ਸਟਾਕਿੰਗਸ ਹੁੰਦੀਆਂ, ਬਟ ਜੋ ਵੈਸਕੂਲਰ ਸਰਜਨ ਹੈ, ਤੁਹਾਨੂੰ ਦੇਖ ਕੇ ਇੱਕ ਪ੍ਰੈਸ਼ਰ ਹੁੰਦਾ ਹੈ, ਜੋ ਨੈਸੈਸਰੀ ਪ੍ਰੈਸ਼ਰ ਹੁੰਦਾ ਹੈ, ਅਸੀਂ ਤੁਹਾਨੂੰ ਉਹ ਸਟਾਕਿੰਗਸ ਦੇਵਾਂਗੇ। ਹਰ ਪੇਸ਼ੈਂਟ ਨੂੰ ਹਰ ਸਟਾਕਿੰਗ ਨਹੀਂ ਕੰਮ ਕਰੇਗੀ। ਜੇ ਸਟਾਕਿੰਗਸ ਪਾਉਂਗੇ ਤਾਂ ਤੁਹਾਨੂੰ ਲਾਈਫ ਲੌਂਗ ਵੈਰੀਕੋਜ਼ ਵੇਨਸ ਨਹੀਂ ਹੋਊਗੀ, ਹੈ ਨਾ। ਇਹ ਸਭ ਚੀਜ਼ਾਂ। ਲਾਸਟ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਦੇਖੋ, ਮੈਂ ਇਹੀ ਕਹਿਣਾ ਚਾਹੂੰਗਾ, ਪਹਿਲਾਂ ਤਾਂ ਥੈਂਕ ਯੂ ਤੁਹਾਡਾ ਇੱਥੇ ਆਉਣ ਲਈ, ਬਿਕੋਜ਼ ਅੱਜ ਇੱਕ ਬਹੁਤ ਹੀ ਸਪੈਸ਼ਲ ਡੇ ਹੈ। 6 ਅਗਸਤ ਇਜ਼ ਅ ਨੈਸ਼ਨਲ ਵੈਸਕੂਲਰ ਡੇ। ਮੇਰਾ ਮੇਨ ਏਮ ਇਹੀ ਹੈ ਕਿ ਨਾਟ ਓਨਲੀ ਇਨ ਇੰਡੀਆ 'ਚ ਅਰਾਊਂਡ 700 ਵੈਸਕੂਲਰ ਸਰਜਨਸ ਨੇ। ਪੰਜਾਬ 'ਚ ਅਸੀਂ 5 ਵੈਸਕੂਲਰ ਸਰਜਨਸ ਹੈ। ਲੁਧਿਆਣੇ, ਮੋਗਾ, ਫਿਰੋਜ਼ਪੁਰ ਏਰੀਆ 'ਚ, ਈਵਨ ਜਲੰਧਰ, ਅੰਮ੍ਰਿਤਸਰ 'ਚ ਕੋਈ ਨਹੀਂ ਹੈ, ਅਸੀਂ ਹੀ हैं। ਐਂਡ ਨੰਬਰ ਆਫ ਪੇਸ਼ੈਂਟਸ ਬਹੁਤ ਨੇ। unnecessary patients are ending up in amputations। ਤੁਸੀਂ ਕਿਸੇ ਵੀ ਵੱਡੇ ਹਸਪੀਟਲ, ਚਾਹੇ ਲੁਧਿਆਣਾ, ਮੋਗਾ, ਕਿਤੇ ਵੀ ਚਲੇ ਜਾਓ, ਤੁਹਾਨੂੰ
ਇਹ ਦੇਖੇਗਾ ਕਿ ਉੱਥੇ ਐਂਪੂਟੇਸ਼ਨਸ ਹੋ ਰਹੀਆਂ ਨੇ ਬਿਕੋਜ਼ ਉੱਥੇ ਵੈਸਕੂਲਰ ਸਰਜਨਸ ਨਹੀਂ ਹੈ ਐਂਡ ਸੈਕੰਡਲੀ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ। ਤਾਂ ਔਨ ਨੈਸ਼ਨਲ ਵੈਸਕੂਲਰ ਡੇ ਅਸੀਂ ਐਂਪੂਟੇਸ਼ਨ ਫ੍ਰੀ ਇੰਡੀਆ ਪ੍ਰੋਗਰਾਮ ਲਾਂਚ ਕੀਤਾ ਆਲ ਓਵਰ ਇੰਡੀਆ ਐਂਡ ਮੇਰਾ ਲੋਕਾਂ ਨੂੰ ਇਹੀ ਮੈਸੇਜ ਹੈ, ਦੇਖੋ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ, ਬਚਾਵ ਹੀ ਸਭ ਤੋਂ ਪਹਿਲਾ ਤੇ ਵੱਡਾ ਇਲਾਜ ਹੈ। ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਜੇ ਖੂਨ ਦੀਆਂ ਨਸਾਂ ਬੰਦ ਹੈ, ਕੋਈ ਦੇਸੀ ਇਲਾਜ ਜਾਂ ਕੋਈ ਤੁਹਾਨੂੰ ਕਹੇ ਕਿ ਇਹ ਨਹੀਂ ਹੋ ਸਕਦਾ, ਇਹ ਗਲਤ ਚੀਜ਼ ਹੈ। ਹਰ ਤਰ੍ਹਾਂ ਦੀ ਖੂਨ ਦੀ ਨਸ ਅਸੀਂ ਖੋਲਦੇ ਹਾਂ, ਅਸੀਂ ਖੋਲ ਸਕਦੇ ਹਾਂ, ਠੀਕ ਹੈ ਨਾ। ਇਸ ਕਰਕੇ ਤੁਸੀਂ ਪ੍ਰੀਕਾਸ਼ਨਸ ਲਓ। ਜੇ ਤੁਹਾਨੂੰ ਲੱਗਦਾ ਹੈ ਕਿ ਖੂਨ ਦੀ ਨਸਾਂ 'ਚ ਪ੍ਰੋਬਲਮ ਹੈ ਜਾਂ ਕੁਝ ਹੈ, ਤੁਸੀਂ ਆ ਕੇ ਸਾਨੂੰ ਮਿਲੋ, ਅਸੀਂ ਉਹਨੂੰ ਟ੍ਰੀਟ ਕਰ ਸਕਦੇ ਹਾਂ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤਾਂ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ, ਬਹੁਤ ਜ਼ਿਆਦਾ ਵਧੀਆ ਜੇ ਸਜੈਸ਼ਨ ਮਿਲੇ, ਕਿਉਂਕਿ ਕਈ ਲੋਕ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਕਿ ਸਾਨੂੰ ਇਹ ਪ੍ਰੋਬਲਮ ਨਹੀਂ ਹੈਗੀ, ਸਾਨੂੰ ਵੀਕਨੈਸ ਹੈਗੀ ਹੈ, ਪਰ ਉਸ ਚੀਜ਼ ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਹੋਪ ਦੇ ਅਪਡੇਟ ਸੀ ਤੁਸੀਂ ਇੱਕ ਦੋ ਟਾਈਮਸ ਕਿਹਾ। ਮੈਂ ਬਲਵਿੰਦਰ ਨਾਲ, ਮੈਂ ਹਰਸ਼ ਕੌਰ।